ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਮੋਦੀ ਨਾਲ ਮੁਲਾਕਾਤ ਤੋਂ ਬਾਅਦ 3000 ਭਾਰਤੀਆਂ ਨੂੰ ਮਿਲਿਆ ਵੀਜ਼ਾ। ਇੰਗਲੈਂਡ ਨੇ ਸਾਂਝੀ ਕੀਤੀ ਖੁਸ਼ਖਬਰੀ। ਟਰੱਕ 'ਚ ਨਸ਼ਾ ਲੈ ਕੇ ਜਾਣ ਵਾਲਾ ਪੰਜਾਬੀ ਗ੍ਰਿਫਤਾਰ। ਕੇਲਿਆਂ ਦੇ ਲੂਟ ਦੇ ਵਿੱਚ ਰੱਖਿਆ ਸੀ ਨਸ਼ਾ। ਇਮੀਗ੍ਰੇਸ਼ਨ ਦਾ ਨਵਾਂ ਪਲਾਨ ਜਾਰੀ, ਕਈਆਂ ਨੂੰ ਮਿਲੇਗਾ ਫਾਇਦਾ। ਸਨੋ ਦੀ ਚੇਤਾਵਨੀ ਹੋਈ ਜਾਰੀ, ਡਰਾਈਵਰ ਹੋ ਜਾਣ ਸਾਵਧਾਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਹੋਈ ਤਾਂ ਫਿਰ 3000 ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕਰ ਦਿੱਤੇ ਗਏ। ਜੀ ਹਾਂ, ਅਜੇ ਮੁਲਾਕਾਤ ਨੂੰ ਕੁਝ ਹੀ ਘੰਟਿਆਂ ਦਾ ਸਮਾਂ ਹੋਇਆ ਸੀ ਕਿ ਜਿਹੜੇ ਭਾਰਤੀ ਵਿਦਿਆਰਥੀ ਨੇ ਉਹਨਾਂ ਨੂੰ ਇੱਕ ਰਾਹਤ ਦੀ ਖਬਰ ਮਿਲ ਗਈ। ਦਰਅਸਲ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਸ ਦੇ ਵਿੱਚ G20 ਸੰਮੇਲਨ ਦੌਰਾਨ ਮੁਲਾਕਾਤ ਹੋਈ, ਜਿੱਥੇ ਦੋਹਾਂ ਲੀਡਰਾਂ ਵੱਲੋਂ ਕਾਫੀ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਤੋਂ ਬਾਅਦ ਇੱਕ ਖਬਰ ਸਾਹਮਣੇ ਆਈ ਕਿ ਜਿਹੜੇ 3000 ਭਾਰਤੀ ਵਿਦਿਆਰਥੀ ਨੇ ਉਹਨਾਂ ਦੇ ਵੀਜ਼ੇ ਉੱਪਰ ਮੋਹਰ ਲਗਾ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੋਈ ਮੁਲਾਕਾਤ ਤੋਂ ਬਾਅਦ 3000 ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਕਲੀਅਰ ਕਰ ਦਿੱਤੇ ਗਏ। ਜੀ ਹਾਂ, ਅਜੇ ਇਸ ਮੁਲਾਕਾਤ ਨੂੰ ਬਹੁਤਾ ਸਮਾਂ ਵੀ ਨਹੀਂ ਹੋਇਆ ਸੀ ਕਿ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ। ਦਰਅਸਲ ਇੰਗਲੈਂਡ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ, ਜਿੱਥੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੇ ਕੁਝ ਸਮੇਂ ਬਾਅਦ ਹੀ ਯੂਕੇ ਵੱਲੋਂ ਭਾਰਤੀ ਵਿਦਿਆਰਥੀਆਂ ਦੇ 3000 ਵੀਜ਼ੇ ਲਗਾ ਦਿੱਤੇ ਗਏ। ਦੱਸ ਦਈਏ ਕਿ ਦੋਹਾਂ ਨੇਤਾਵਾਂ ਦੀ ਆਪਸ ਦੇ ਵਿੱਚ G20 ਸਮਿਟ ਦੌਰਾਨ ਮੁਲਾਕਾਤ ਹੋਈ, ਜਿੱਥੇ ਦੋਹਾਂ ਲੀਡਰਸ ਵੱਲੋਂ ਕਈ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇਸ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਗੱਲ ਕਰਦੇ ਹੋਏ ਉਹ ਦਿਖਾਈ ਦਿੱਤੇ ਹਨ। ਇਸ ਤੋਂ ਇਲਾਵਾ ਭਾਰਤ ਅਤੇ ਯੂਕੇ ਦੀ ਆਰਥਿਕਤਾ ਦੇ ਬਾਰੇ ਵੀ ਗੱਲ ਕੀਤੀ ਗਈ ਹੈ। ਯੂਕੇ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਵੱਲੋਂ 3000 ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਉੱਪਰ ਮੋਹਰ ਲਗਾ ਦਿੱਤੀ ਗਈ ਹੈ। ਇਸ ਦਾ ਮਕਸਦ ਹੈ ਕਿ 18 ਸਾਲ ਤੋਂ 30 ਸਾਲ ਵਾਲਿਆਂ ਨੂੰ ਯੂਕੇ ਦੇ ਵਿੱਚ ਰਹਿ ਕੇ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। ਨਸ਼ੇ ਦੇ ਮਾਮਲੇ ਦੇ ਵਿੱਚ ਪੰਜਾਬੀ ਮੂਲ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ, ਜੋ ਕਿ ਟਰੱਕ ਦੇ ਵਿੱਚ ਨਸ਼ਾ ਲੈ ਕੇ ਜਾ ਰਿਹਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਲਿਆਂ ਦੇ ਲੋਡ ਦੇ ਵਿੱਚ ਉਸ ਵੱਲੋਂ ਨਸ਼ਾ ਲੁਕੋ ਕੇ ਰੱਖਿਆ ਗਿਆ। ਕਾਰਵਾਈ ਕੀਤੀ ਗਈ ਤੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਨਸ਼ੇ ਦੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜੋ ਕਿ ਕੇਲਿਆਂ ਦੇ ਲੋਡ ਵਿੱਚ ਡਰੱਗ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਹੁਣ ਤੱਕ ਦੀ ਅਪਡੇਟ ਜਾਰੀ ਕੀਤੀ ਗਈ, ਜਿੱਥੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਇਹ ਦੱਸਿਆ ਗਿਆ ਕਿ ਕੈਨੇਡੀਅਨ ਸੂਬੇ ਐਲਬਰਟਾ ਤੇ ਬਾਰਡਰ ਵਿਖੇ ਉਹਨਾਂ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਇੱਥੇ ਕੇਲਿਆਂ ਦੇ ਲੋਡ ਦੇ ਵਿੱਚ ਡਰੱਗ ਰੱਖਿਆ ਗਿਆ ਸੀ, ਜਿਸ ਨੂੰ ਬਰਾਮਦ ਕੀਤੇ ਜਾਣ ਬਾਰੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਨਾਲ ਜੁੜੇ ਹੋਏ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਤੇ ਇਸ ਉੱਪਰ ਚਾਰਜਸ ਵੀ ਲਗਾਏ ਗਏ। ਇਸ ਦੀ ਪਹਿਚਾਣ ਵੀ ਅਧਿਕਾਰੀਆਂ ਵੱਲੋਂ ਜਨਤਕ ਕੀਤੀ ਗਈ ਹੈ, ਜਿਸ ਦਾ ਨਾਮ ਗੁਰਕੀਰਤ ਸਿੰਘ ਤੇ ਉਮਰ 26 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਗੁਰਕੀਰਤ ਕੈਲਗਰੀ ਨਾਲ ਸੰਬੰਧਿਤ ਦੱਸਿਆ ਗਿਆ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਦੱਸਣ ਮੁਤਾਬਕ 6 ਨਵੰਬਰ ਵਾਲੇ ਦਿਨ ਕੇਲਿਆਂ ਦੇ ਲੋਡ ਦੇ ਵਿੱਚ ਡਰੱਗਸ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋਂ ਸ਼ੱਕ ਹੋਇਆ ਤਾਂ ਵਾਹਨ ਦੀ ਚੈਕਿੰਗ ਕੀਤੀ ਗਈ ਤੇ ਉਹਨਾਂ ਨੂੰ ਇਸ ਵਿੱਚੋਂ 43 ਕਿਲੋਗ੍ਰਾਮ ਕੋਕੇਨ ਬਰਾਮਦ ਹੋਈ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੇ ਵਿੱਚ ਗੁਰਕੀਰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਜਲਦ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ। ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਨਵਾਂ ਪਲਾਨ ਸਾਂਝਾ ਕੀਤਾ ਗਿਆ, ਜਿਸ ਦੇ ਨਾਲ ਕਈਆਂ ਨੂੰ ਰਾਹਤ ਮਿਲੇਗੀ। ਇਹ ਖਬਰ ਨੋਵਾ ਸਕੋਸ਼ੀਆ ਸੂਬੇ ਦੇ ਨਾਲ ਜੁੜੀ ਹੋਈ ਹੈ, ਜਿੱਥੇ ਇਮੀਗ੍ਰੇਸ਼ਨ ਦਾ ਨਵਾਂ ਪਲਾਨ ਸਾਂਝਾ ਕੀਤਾ ਗਿਆ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਇਮੀਗ੍ਰੇਸ਼ਨ ਦਾ ਨਵਾਂ ਐਕਸ਼ਨ ਪਲਾਨ ਸਾਂਝਾ ਕੀਤਾ ਗਿਆ। ਇਹ ਖਬਰ ਨੋਵਾ ਸਕੋਸ਼ੀਆ ਦੇ ਨਾਲ ਜੁੜੀ ਹੋਈ ਹੈ, ਜਿੱਥੇ ਉਹਨਾਂ ਵੱਲੋਂ ਆਪਣਾ ਨਵਾਂ ਇਮੀਗ੍ਰੇਸ਼ਨ ਐਕਸ਼ਨ ਪਲਾਨ ਸਾਂਝਾ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਨੂੰ ਨੋਵਾ ਸਕੋਸ਼ੀਆ ਦੇ ਲੇਬਰ ਸਕਿੱਲਸ ਅਤੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਤਿਆਰ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਕਈਆਂ ਦਾ ਸਹਿਯੋਗ ਵੀ ਲਿਆ ਗਿਆ ਹੈ। ਇਸ ਪ੍ਰੋਗਰਾਮ ਦਾ ਮਕਸਦ ਹੋਵੇਗਾ ਕਿ ਆਬਾਦੀ ਦੇ ਵਿੱਚ ਵਾਧਾ ਕੀਤਾ ਜਾਵੇ। ਇਹ ਆਬਾਦੀ ਫ੍ਰੈਂਚ ਸਪੀਕਰਸ ਦੀ ਹੋਵੇਗੀ। ਇਸ ਦੇ ਨਾਲ ਜਿਹੜੇ ਨਵੇਂ ਫ੍ਰੈਂਕੋਫੋਨ ਨਿਊਕਮਰਸ ਨੇ ਉਹਨਾਂ ਨੂੰ ਆਕਰਸ਼ਿਤ ਕੀਤਾ ਜਾਵੇਗਾ। ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਖਾਸ ਕਰ ਉਹਨਾਂ ਵੱਲੋਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰੋਗਰਾਮ ਲਿਆਂਦਾ ਗਿਆ ਹੈ। ਇਸ ਦੇ ਨਾਲ ਪ੍ਰਮੋਸ਼ਨ ਤੇ ਅਟਰੈਕਸ਼ਨ, ਆਬਾਦੀ ਦੇ ਵਿੱਚ ਤੇ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਵਾਧਾ ਕੀਤੇ ਜਾਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਇਹ ਵੀ ਅੰਕੜਾ ਸਾਂਝਾ ਕੀਤਾ ਗਿਆ ਹੈ ਕਿ ਸੈਂਸਸ 2021 ਦੇ ਮੁਕਾਬਲੇ ਨੋਵਾ ਸਕੋਸ਼ੀਆ ਦੇ ਵਿੱਚ 30,000 ਤੋਂ ਵੱਧ ਲੋਕ ਅਜਿਹੇ ਸਨ ਜਿਨ੍ਹਾਂ ਦੀ ਪਹਿਲੀ ਭਾਸ਼ਾ ਫ੍ਰੈਂਚ ਹੈ। ਇਸ ਦੇ ਨਾਲ ਹੀ ਨੋਵਾ ਸਕੋਸ਼ੀਆ ਦੀ ਆਬਾਦੀ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ ਹੈ। ਹਾਲ ਹੀ ਦੇ ਵਿੱਚ ਜੋ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਲ 2023 ਤੋਂ ਸਾਲ 2025 ਸਾਂਝਾ ਕੀਤਾ ਗਿਆ, ਉੱਥੇ ਇਹ ਟੀਚਾ ਤੈਅ ਕੀਤਾ ਗਿਆ ਹੈ ਕਿ ਸਾਲ 2025 ਤੱਕ 5 ਲੱਖ ਨਵੇਂ ਜਿਹੜੇ ਪੀਆਰ ਨੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਸਾਲ 2021 ਦੇ ਵਿੱਚ ਆਬਾਦੀ ਅੰਦਰ ਕਾਫੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਦੇ ਪਿੱਛੇ ਇਮੀਗ੍ਰੇਸ਼ਨ ਨੂੰ ਇੱਕ ਵੱਡਾ ਕਾਰਨ ਮੰਨਿਆ ਗਿਆ। ਨੋਵਾ ਸਕੋਸ਼ੀਆ ਸੂਬੇ ਵੱਲੋਂ ਇਹ ਜੋ ਨਵਾਂ ਇਮੀਗ੍ਰੇਸ਼ਨ ਨਾਲ ਜੁੜਿਆ ਹੋਇਆ ਪਲਾਨ ਲਿਆਂਦਾ ਗਿਆ ਹੈ, ਇਸ ਦੀ ਡਿਟੇਲ ਉਹਨਾਂ ਵੱਲੋਂ ਆਪਣੇ ਵੈਬਸਾਈਟ ਦੇ ਉੱਪਰ ਵੀ ਜਨਤਕ ਕੀਤੀ ਗਈ ਹੈ, ਜਿੱਥੋਂ ਬਾਕੀ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਓਨਟਾਰੀਓ ਦੇ ਕੁਝ ਹਿੱਸਿਆਂ ਵਾਸਤੇ ਸਨੋ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਰਸਤੇ ਦੇ ਉੱਪਰ ਜਾਣ ਵਾਲੇ ਡਰਾਈਵਰਸ ਨੂੰ ਖਾਸ ਸਲਾਹ ਦਿੱਤੀ ਗਈ ਕਿ ਉਹ ਆਪਣਾ ਜ਼ਰੂਰ ਖਿਆਲ ਰੱਖਣ, ਕਿਉਂਕਿ ਵਿਜ਼ਿਬਿਲਿਟੀ ਦੇ ਉੱਪਰ ਸਨੋ ਦੇ ਕਾਰਨ ਪ੍ਰਭਾਵ ਪੈਣ ਵਾਲਾ ਹੈ। ਹੁਣ ਇੱਥੇ ਮੌਸਮ ਸੰਬੰਧੀ ਕੀ ਅਪਡੇਟ ਹੈ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ ਤੇ ਨਾਲ ਹੀ ਦੱਸਾਂਗੇ ਕਿ ਕਿਹੜੇ-ਕਿਹੜੇ ਇਲਾਕੇ ਇਸ ਨਵੀਂ ਜਾਣਕਾਰੀ ਦੇ ਨਾਲ ਪ੍ਰਭਾਵਿਤ ਹੋਣਗੇ। ਓਨਟਾਰੀਓ ਦੇ ਕੁਝ ਹਿੱਸਿਆਂ ਵਾਸਤੇ এনवायरमेंट ਕੈਨੇਡਾ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ, ਜੋ ਕਿ ਸਨੋ ਦੇ ਨਾਲ ਜੁੜੀ ਹੋਈ ਹੈ। এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਸਦਰਨ ਓਨਟਾਰੀਓ ਦੇ ਕੁਝ ਹਿੱਸਿਆਂ ਵਿੱਚ ਕਾਫੀ ਬਰਫ਼ਬਾਰੀ ਪੈ ਸਕਦੀ ਹੈ। ਇੱਥੇ ਵੀਕਐਂਡ ਦੌਰਾਨ 60 ਸੈਂਟੀਮੀਟਰ ਤੱਕ ਸਨੋ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। এনवायरमेंट ਕੈਨੇਡਾ ਵੱਲੋਂ ਇਹ ਜਾਣਕਾਰੀ ਨਾਇਗਰਾ ਰੀਜਨ ਅਤੇ ਕਈ ਹੋਰ ਹਿੱਸਿਆਂ ਵਾਸਤੇ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਅੱਜ ਰਾਤ ਤੋਂ ਸਨੋ ਪੈਣੀ ਸ਼ੁਰੂ ਹੋਏਗੀ ਤੇ ਇਹ ਐਤਵਾਰ ਸਵੇਰ ਤੱਕ ਜਾਰੀ ਰਹਿ ਸਕਦੀ ਹੈ। এনवायरमेंट ਕੈਨੇਡਾ ਵੱਲੋਂ ਇਹ ਵੀ ਕਿਹਾ ਹੈ ਕਿ ਜ਼ਿਆਦਾ ਬਰਫ਼ਬਾਰੀ ਕਾਰਨ ਜ਼ੀਰੋ ਵਿਜ਼ਿਬਿਲਿਟੀ ਵੀ ਹੋਵੇਗੀ ਤੇ ਜਿਹੜੇ ਰਸਤਿਆਂ ਦੇ ਉੱਪਰ ਜਾਣ ਵਾਲੇ ਨੇ ਉਹ ਖਾਸ ਤੌਰ ਦੇ ਉੱਪਰ ਆਪਣਾ ਖਿਆਲ ਰੱਖਣ। ਇਸ ਤੋਂ ਇਲਾਵਾ ਇਹ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਕੁਝ ਥਾਵਾਂ ਵਿੱਚ ਅੱਜ ਸ਼ਾਮ ਤੋਂ ਕਾਫੀ ਜ਼ਿਆਦਾ ਬਰਫ਼ਬਾਰੀ ਦੀ ਸ਼ੁਰੂਆਤ ਹੋ ਸਕਦੀ ਹੈ। By Sunday morning could be on the order of 60 to 120 centimeters. So quite a significant event, not just for an hour or two. I guess the real concern is this could be quite a long-lived event. As we said, it started last evening and could continue right into Sunday morning. Can you speak a bit, Jeff, about the trajectory of the storm? Which areas will be hit hardest and when? So lake effect snow is driven by what the low-level winds are doing. They stay from the southwest or the west-southwest. These bands can lock in and give significant snowfall accumulations over a period of time. But it is going to miss the GTA. Given the fact that the wind direction is going to remain from the southwest, Toronto, Mississauga, Scarborough, northwards into York and Durham regions, we're going to miss out on the majority of this event. But it's important to note that if you're planning travel today and through the weekend, down in through the Niagara Peninsula or northwards up to the Bruce Peninsula, the Parry Sound area, those conditions are going to be quite significantly worse than what we're experiencing around Toronto. So what we're seeing here, really not much of anything in Toronto itself, but in other parts of southern Ontario and western New York, quite a significant snowfall event. Enough medication for yourself and your family, depending on what those prescriptions are. Staples like diapers and toilet paper, bottled water, batteries for your flashlights in case there's power outages. Just a general sense of preparedness at the home, but also important to be prepared for your vehicle as well. So if you haven't got the snow tires on, obviously getting those on as well in the coming days, and having a car emergency kit. ਜਗਮੀਤ ਸਿੰਘ ਦਾ ਸੁਪਨਾ ਪੂਰਾ ਹੋ ਗਿਆ, ਜਿੱਥੇ ਬੱਚਿਆਂ ਨੂੰ ਹੁਣ ਡੈਂਟਲ ਕੇਅਰ ਪ੍ਰੋਗਰਾਮ ਦਾ ਲਾਭ ਮਿਲ ਸਕੇਗਾ। ਜੀ ਹਾਂ, ਐਨਡੀਪੀ ਲੀਡਰ ਜਗਮੀਤ ਸਿੰਘ ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ੋਰ ਦਿੰਦੇ ਹੋਏ ਦਿਖਾਈ ਦਿੱਤੇ ਤੇ ਹੁਣ ਉਹਨਾਂ ਦੇ ਇਸ ਫੈਸਲੇ ਦੇ ਉੱਪਰ ਜਾਣੀ ਕਿ ਜੋ ਚਾਹੁੰਦੇ ਸਨ ਉਸ ਦੇ ਉੱਪਰ ਮੋਹਰ ਲੱਗ ਚੁੱਕੀ ਹੈ। ਡੈਂਟਲ ਕੇਅਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਨੇਡਾ ਵਿੱਚ ਬੱਚਿਆਂ ਨੂੰ ਡੈਂਟਲ ਕੇਅਰ ਮਿਲੇਗੀ। ਐਨਡੀਪੀ ਲੀਡਰ ਜਗਮੀਤ ਸਿੰਘ ਲਗਾਤਾਰ ਜਿਸ ਗੱਲ ਨੂੰ ਲੈ ਕੇ ਜ਼ੋਰ ਦੇ ਰਹੇ ਸਨ, ਆਖਿਰਕਾਰ ਉਹਨਾਂ ਦੀ ਗੱਲ ਹੁਣ ਮੰਨ ਲਈ ਗਈ ਹੈ। ਤਾਜ਼ਾ ਖਬਰ ਜੋ ਸਾਹਮਣੇ ਆਈ ਹੈ ਉਸ ਮੁਤਾਬਕ ਕੈਨੇਡਾ ਵਿੱਚ ਬੱਚਿਆਂ ਨੂੰ ਡੈਂਟਲ ਕੇਅਰ ਦੇਣ ਵਾਸਤੇ ਜਿਹੜਾ ਬਿੱਲ C-31 ਲਿਆਂਦਾ ਗਿਆ ਸੀ, ਉਸ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ 2 ਤੋਂ 12 ਸਾਲ ਦੀ ਉਮਰ ਦੇ 5 ਲੱਖ ਬੱਚਿਆਂ ਨੂੰ ਇਸ ਦਾ ਲਾਭ ਮਿਲੇਗਾ। ਇਸ ਪ੍ਰੋਗਰਾਮ ਉੱਪਰ ਲਗਭਗ $1 ਬਿਲੀਅਨ ਦੀ ਲਾਗਤ ਆਵੇਗੀ।
ਨਵਾਂ ਡੈਂਟਲ ਪ੍ਰੋਗਰਾਮ ਸ਼ੁਰੂ ਕਰਨ ਦੀ ਸਹਿਮਤੀ ਅਤੇ ਐਨਡੀਪੀ ਦੀਆਂ ਕੁਝ ਹੋਰ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ ਲਿਬਰਲ ਸਰਕਾਰ ਨੇ ਸਾਲ 2025 ਤੱਕ ਐਨਡੀਪੀ ਦਾ ਸਮਰਥਨ ਹਾਸਲ ਕੀਤਾ। ਇਸ ਸਮਝੌਤੇ ਤਹਿਤ ਸਰਕਾਰ ਨੇ ਅਗਲੇ ਸਾਲ ਤੱਕ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਅਤੇ ਸਾਲ 2025 ਦੇ ਅੰਤ ਤੱਕ ਯੋਜਨਾ ਪੂਰੀ ਕਰਨ ਵਾਲੇ ਸਾਰੇ ਕੈਨੇਡੀਅਨਸ ਲਈ ਡੈਂਟਲ ਕੇਅਰ ਪ੍ਰੋਗਰਾਮ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਸੀ। ਹੈਲਥ ਮਿਨਿਸਟਰ ਵੱਲੋਂ ਇਸ ਬਾਰੇ ਬਿਆਨ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਇਸ ਨਾਲ ਬੱਚੇ ਦੰਦਾਂ ਦੀ ਲੋੜੀਂਦੀ ਮੁੱਢਲੀ ਦੇਖਭਾਲ ਦਾ ਲਾਭ ਲੈ ਸਕਣਗੇ ਤੇ ਸਰਕਾਰ ਇਸੇ ਦਰਮਿਆਨ ਕੈਨੇਡਾ ਭਰ ਵਿੱਚ ਡੈਂਟਲ ਕੇਅਰ ਦਾ ਪ੍ਰੋਗਰਾਮ ਵਿਕਸਿਤ ਕਰਨ ਤੇ ਕੰਮ ਕਰੇਗੀ। ਡੈਂਟਲ ਕੇਅਰ ਪ੍ਰੋਗਰਾਮ ਲਾਗੂ ਹੋਣ ਤੋਂ ਬਾਅਦ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ, ਜਿੱਥੇ ਜਗਮੀਤ ਸਿੰਘ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਲਿਬਰਲ ਸਮਝੌਤੇ ਦੀ ਪਾਲਣਾ ਕਰਨ। ਇਸ ਸਾਲ ਦੇ ਅੰਤ ਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਨ੍ਹਾਂ ਦੀ ਪਰਿਵਾਰਕ ਆਮਦਨ $70,000 ਪ੍ਰਤੀ ਸਾਲ ਤੋਂ ਘੱਟ ਹੈ, ਅਗਲੇ 2 ਸਾਲਾਂ ਵਾਸਤੇ ਦੰਦਾਂ ਦੀ ਕਵਰੇਜ ਪ੍ਰਤੀ ਸਾਲ $650 ਲਈ ਯੋਗ ਹੋ ਜਾਣਗੇ। $70,000 ਅਤੇ $79,000 ਦੇ ਵਿਚਕਾਰ ਆਮਦਨ ਵਾਲੇ ਪਰਿਵਾਰ ਦੇ ਬੱਚੇ ਅਗਲੇ 2 ਸਾਲਾਂ ਵਾਸਤੇ ਪ੍ਰਤੀ ਸਾਲ $390 ਵਾਸਤੇ ਯੋਗ ਹੋ ਜਾਣਗੇ। $80,000 ਅਤੇ $99,000 ਦੇ ਵਿਚਕਾਰ ਆਮਦਨ ਵਾਲੇ ਪਰਿਵਾਰਾਂ ਨੂੰ ਅਗਲੇ 2 ਸਾਲਾਂ ਵਾਸਤੇ ਪ੍ਰਤੀ ਸਾਲ $260 ਪ੍ਰਤੀ ਬੱਚਾ ਮਿਲ ਸਕਦਾ ਹੈ। ਹੁਣ ਇਹ ਜੋ ਡੈਂਟਲ ਕੇਅਰ ਪ੍ਰੋਗਰਾਮ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਇਸ ਤੋਂ ਬਾਅਦ ਆਮ ਲੋਕ ਵੀ ਇਸ ਦਾ ਸਵਾਗਤ ਕਰਦੇ ਹੋਏ ਦਿਖਾਈ ਦੇ ਰਹੇ ਨੇ। ਓਨਟਾਰੀਓ ਦੇ ਟਾਪ ਡਾਕਟਰ ਨੇ ਬਾਕੀਆਂ ਨੂੰ ਸਲਾਹ ਦਿੱਤੀ ਕਿ ਉਹ ਮਾਸਕ ਪਾਉਣ, ਪਰ ਖੁਦ ਹੀ ਉਹਨਾਂ ਨੇ ਆਪਣੀ ਸਲਾਹ ਨਹੀਂ ਮੰਨੀ ਤੇ ਸੋਸ਼ਲ ਮੀਡੀਆ ਉੱਪਰ ਉਹਨਾਂ ਦਾ ਕਾਫੀ ਮਜ਼ਾਕ ਉੱਡ ਰਿਹਾ ਹੈ। ਦਰਅਸਲ ਟਾਪ ਡਾਕਟਰ ਵੱਲੋਂ ਹਾਲ ਹੀ ਦੇ ਵਿੱਚ ਕਿਹਾ ਗਿਆ ਕਿ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਮਾਸਕ ਪਾਉਣੇ ਚਾਹੀਦੇ ਨੇ। ਇਸ ਸੰਬੰਧੀ ਉਹਨਾਂ ਨੇ ਸਿਫਾਰਿਸ਼ ਕੀਤੀ ਤੇ ਖੁਦ ਹੀ ਉਹ ਮਾਸਕ ਤੋਂ ਬਿਨਾਂ ਦਿਖਾਈ ਦਿੱਤੇ। ਓਨਟਾਰੀਓ ਦੇ ਟਾਪ ਡਾਕਟਰ ਦੂਸਰਿਆਂ ਨੂੰ ਤਾਂ ਸਲਾਹ ਦੇ ਰਹੇ ਨੇ, ਪਰ ਆਪਣੀ ਇਸ ਸਲਾਹ ਦੇ ਉੱਪਰ ਉਹਨਾਂ ਵੱਲੋਂ ਖੁਦ ਅਮਲ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਕਈ ਟਿੱਪਣੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਦਰਅਸਲ ਓਨਟਾਰੀਓ ਦੇ ਟਾਪ ਡਾਕਟਰ ਵੱਲੋਂ ਸਲਾਹ ਦਿੱਤੀ ਗਈ ਕਿ ਜੋ ਇਸ ਸਮੇਂ ਕੋਰੋਨਾ ਵਾਇਰਸ ਦੇ ਹਾਲਾਤ ਬਣੇ ਹੋਏ ਨੇ, ਇਸ ਨੂੰ ਧਿਆਨ ਵਿੱਚ ਰੱਖਦਿਆਂ ਮਾਸਕ ਪਾਉਣਾ ਚਾਹੀਦਾ ਹੈ, ਪਰ ਜਦੋਂ ਉਹ ਖੁਦ ਪਾਰਟੀ ਦੇ ਵਿੱਚ ਪਹੁੰਚੇ ਤਾਂ ਬਿਨਾਂ ਮਾਸਕ ਦੇ ਹੀ ਦਿਖਾਈ ਦਿੱਤੇ। ਸੋਸ਼ਲ ਮੀਡੀਆ ਉੱਪਰ ਇਸ ਨੂੰ ਲੈ ਕੇ ਹੁਣ ਕਈ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ, ਜਿੱਥੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਟਾਪ ਡਾਕਟਰ ਦੇ ਉੱਪਰ ਟਿੱਪਣੀ ਕੀਤੀ ਹੈ। ਜਿਹੜੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਨੇ, ਉਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਓਨਟਾਰੀਓ ਦੇ ਚੀਫ ਮੈਡੀਕਲ ਆਫਿਸਰ ਵੱਲੋਂ ਖੁਦ ਮਾਸਕ ਨਹੀਂ ਪਾਇਆ ਹੋਇਆ, ਜਦਕਿ ਇਸ ਤੋਂ ਪਹਿਲਾਂ ਉਹਨਾਂ ਨੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦਾ ਜ਼ਿਕਰ ਕੀਤਾ ਸੀ ਤੇ ਆਮ ਲੋਕਾਂ ਨੂੰ ਸਲਾਹ ਜਾਰੀ ਕੀਤੀ ਕਿ ਮਾਸਕ ਪਾਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਮਾਸਕ ਨਹੀਂ ਪਾਇਆ ਗਿਆ ਸੀ, ਜਿੱਥੇ ਪਿਛਲੇ ਦਿਨੀ ਉਹਨਾਂ ਵੱਲੋਂ ਕ੍ਰਿਟਿਸਿਜ਼ਮ ਦਾ ਸਾਹਮਣਾ ਕੀਤਾ ਗਿਆ। ਉਹ ਲੈਜਿਸਲੇਚਰ ਦੇ ਵਿੱਚ ਪਹੁੰਚੇ, ਉਹ ਵੀ ਬਿਨਾਂ ਮਾਸਕ। What might be a cold to you can lead to a severe respiratory infection in a child 4 and under. So there is a complexity now that it's important that all Ontarians understand, and we have to get back to the basics. If you have children and you yourself has a cold, that can be a serious and significant respiratory illness in a 2-year-old or 3-year-old. So as we go indoors, my principal message today is to protect our children, follow all the layers of protection. Our hospital system needs us to protect our children more and more. And it's not just masking, it's the layers of protection. If you have any symptoms of infection, you should mask around those that are most vulnerable to our individuals. You should be screening on a daily basis. Good hand hygiene is going to be exceptionally important with RSV and influenza. It's a call to vaccinate against influenza and COVID, as there's no vaccine against RSV. We need to protect our health system. We need to protect each other. And it's really getting back to all of those basics. We need a reboot, a reminder of what will keep us safe for the rest of the winter season. And today's the key message of getting back to the basics of protecting our most vulnerable. This is different than COVID. This is protecting our children and those that are the youngest above us. Please, parents, grandparents, siblings, if you have any respiratory symptoms, you must mask around those that are vulnerable. Masking in mandatory masking in a certain venue may help decrease the risk at a community level, but I'm very concerned about our children and protecting our children right now. ਭਿਆਨਕ ਤੂਫਾਨ ਵੱਲੋਂ ਅੱਜ ਦਸਤਕ ਦਿੱਤੀ ਜਾ ਰਹੀ ਹੈ, ਜਿੱਥੇ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ। ਮੌਸਮ ਦੇ ਇਹਨਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਥਾਵਾਂ ਤੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।
ਜੀ ਹਾਂ, ਇੱਕ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ ਹੈ, ਜਿੱਥੇ ਕੁਝ ਹਿੱਸਿਆਂ ਵਾਸਤੇ ਚੇਤਾਵਨੀ ਜਾਰੀ ਕੀਤੀ ਗਈ। ਹੁਣ ਤੱਕ ਦਾ ਸਭ ਤੋਂ ਭਿਆਨਕ ਸਨੋ ਸਟ੍ਰਾਰਮ ਦਸਤਕ ਦੇਣ ਵਾਲਾ ਹੈ, ਜਿਸ ਸੰਬੰਧੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਕੁਝ ਹਿੱਸੇ ਪ੍ਰਭਾਵਿਤ ਹੋਣਗੇ, ਜਿਸ ਵਾਸਤੇ ਸਟੇਟ ਆਫ ਐਮਰਜੈਂਸੀ ਦਾ ਵੀ ਐਲਾਨ ਕੀਤਾ ਗਿਆ। ਜੀ ਹਾਂ, ਨਿਊਯਾਰਕ ਦੇ ਕੁਝ ਹਿੱਸਿਆਂ ਵਿੱਚ ਅੱਜ ਹਿਸਟੋਰਿਕ ਸਨੋ ਸਟ੍ਰਾਰਮ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਵੈਸਟਰਨ ਨਿਊਯਾਰਕ ਸਟੇਟ ਦੇ ਕੁਝ ਹਿੱਸਿਆਂ ਦੇ ਵਿੱਚ ਕਾਫੀ ਭਾਰੀ ਬਰਸਾਤ ਹੋਣ ਵਾਲੀ ਹੈ, ਜਿਸ ਕਾਰਨ ਦਰੱਖਤ ਅਤੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ ਬਰਫ਼ਬਾਰੀ ਦੇ ਬਾਰੇ ਜੋ ਚੇਤਾਵਨੀ ਜਾਰੀ ਕੀਤੀ ਗਈ ਹੈ, ਉਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਵਿਜ਼ਿਬਿਲਟੀ ਦੇ ਉੱਪਰ ਵੀ ਪਏਗਾ। ਜੇਕਰ ਤੁਸੀਂ ਕਿਤੇ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਇਸ ਸਫ਼ਰ ਤੋਂ ਪਰਹੇਜ਼ ਕੀਤਾ ਜਾਵੇ। ਲਗਾਤਾਰ ਨੈਸ਼ਨਲ ਵੈਦਰ ਸਰਵਿਸ ਵੱਲੋਂ ਇਸ ਬਾਰੇ ਅਪਡੇਟ ਜਾਰੀ ਕੀਤੀ ਜਾ ਰਹੀ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਾਫੀ ਥਾਵਾਂ ਦੇ ਉੱਪਰ ਜੋ ਮੌਸਮ ਹੈ ਬਹੁਤ ਜ਼ਿਆਦਾ ਠੰਡਾ ਹੋ ਜਾਵੇਗਾ। ਇੰਨਾ ਹੀ ਨਹੀਂ, ਬਫਲੋ ਦੇ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ 4 ਫੁੱਟ ਤੱਕ ਸਨੋ ਪੈਣ ਦੀ ਸੰਭਾਵਨਾ ਹੈ। ਜੋ ਅਲਰਟ ਜਾਰੀ ਕੀਤਾ ਗਿਆ, ਉੱਥੇ ਵਿਸਕੌਨਸਿਨ ਤੋਂ ਨਿਊਯਾਰਕ ਤੱਕ 6 ਮਿਲੀਅਨ ਲੋਕ ਪ੍ਰਭਾਵਿਤ ਹੋਣਗੇ। ਕੁਝ ਖੇਤਰਾਂ ਵਿੱਚ ਇਹਤਿਆਤ ਵਰਤਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਟਰੈਵਲ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਗਿਆ ਕਿ ਕੁਝ ਥਾਵਾਂ ਦੇ ਉੱਪਰ ਰਸਤਿਆਂ ਦੇ ਉੱਪਰ ਸਫ਼ਰ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਇਹ ਚੇਤਾਵਨੀ ਕਮਰਸ਼ੀਅਲ ਟ੍ਰੈਫਿਕ ਦੇ ਨਾਲ ਜੁੜੀ ਹੋਈ ਜਾਰੀ ਕੀਤੀ ਗਈ ਹੈ। ਬਫਲੋ 에ਅਰਪੋਰਟ ਦੇ ਉੱਪਰ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਇੱਥੇ ਕਾਫੀ ਸਨੋ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਓਸ਼ਵੇਗੋ ਕਾਉਂਟੀ, ਜੋ ਕਿ ਲੇਕ ਓਨਟਾਰੀਓ ਦੇ ਨੇੜੇ ਹੈ, ਉੱਥੇ 2 ਫੁੱਟ ਤੱਕ ਸਨੋ ਪੈਣ ਦੀ ਸੰਭਾਵਨਾ ਹੈ। ਬਫਲੋ ਦੇ ਵਿੱਚ ਅੱਜ ਵਾਸਤੇ ਪਬਲਿਕ ਸਕੂਲਸ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਮੌਸਮ ਦੇ ਇਹਨਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਹੀ ਕੁਝ ਹਿੱਸਿਆਂ ਵਾਸਤੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਭ ਦੌਰਾਨ ਮੌਸਮ ਵਿਭਾਗ ਵੱਲੋਂ ਆਮ ਲੋਕਾਂ ਨੂੰ ਇਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਘਰ ਤੋਂ ਬਾਹਰ ਨਿਕਲਣ 'ਚ ਪਰਹੇਜ਼ ਕਰਨ। ਸਿੱਖ ਟੈਕਸੀ ਡਰਾਈਵਰ ਦੇ ਕਤਲ ਦਾ ਮਾਮਲਾ ਸਾਹਮਣੇ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਕਾਬੂ ਕੀਤਾ ਹੈ। ਇਹ ਮਾਮਲਾ ਇੰਗਲੈਂਡ ਦੇ ਨਾਲ ਜੁੜਿਆ ਹੋਇਆ ਹੈ। ਪੰਜਾਬੀ ਭਾਈਚਾਰੇ ਦੇ ਵਿੱਚ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਹੁਣ ਤੱਕ ਕੀ ਅਪਡੇਟ ਜਾਰੀ ਕੀਤੀ ਗਈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇੰਗਲੈਂਡ ਤੋਂ ਪੰਜਾਬੀ ਭਾਈਚਾਰੇ ਦੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਸਿੱਖ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਸੰਬੰਧੀ ਕਾਰਵਾਈ ਕੀਤੀ ਗਈ ਤੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਰਅਸਲ ਕੇਂਦਰੀ ਇੰਗਲੈਂਡ ਦੀ ਵਾਲਵਰਹੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਬ੍ਰਿਟਿਸ਼ ਸਿੱਖ ਟੈਕਸੀ ਡਰਾਈਵਰ ਦੀ ਮੌਤ ਹੋ ਗਈ। ਇਸ ਦੀ ਪਹਿਚਾਣ ਵੀ ਪੁਲਿਸ ਅਧਿਕਾਰੀਆਂ ਵੱਲੋਂ ਜਨਤਕ ਕੀਤੀ ਗਈ, ਜਿਸ ਦਾ ਨਾਮ ਅਣਖ ਸਿੰਘ ਦੱਸਿਆ ਗਿਆ। ਜਿਸ ਵੱਲੋਂ ਕਤਲ ਕੀਤਾ ਗਿਆ, ਉਸ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਮਾਮਲੇ ਸੰਬੰਧੀ ਜੋ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ, ਉਸ ਤੋਂ ਪਤਾ ਚੱਲਿਆ ਕਿ ਅਣਖ ਸਿੰਘ ਇੱਕ ਪ੍ਰਾਈਵੇਟ ਟੈਕਸੀ ਕੰਪਨੀ ਦੇ ਵਿੱਚ ਡਰਾਈਵਰ ਦੇ ਤੌਰ ਤੇ ਨੌਕਰੀ ਕਰਦਾ ਸੀ ਤੇ ਡਿਊਟੀ ਦੌਰਾਨ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਪਾਇਆ ਗਿਆ, ਜਿਸ ਤੋਂ ਬਾਅਦ ਉਸ ਵੱਲੋਂ ਦਮ ਤੋੜ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਜਿਸ ਵੱਲੋਂ ਇਸ ਟੈਕਸੀ ਡਰਾਈਵਰ ਦੇ ਉੱਪਰ ਹਮਲਾ ਕੀਤਾ ਗਿਆ, ਭਾਵ ਕਿ ਉਸ ਦਾ ਕਤਲ ਕੀਤਾ ਗਿਆ, ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਇਲਾਵਾ ਅਣਖ ਸਿੰਘ ਵਾਸਤੇ ਫੰਡਰੇਜ਼ਰ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਹੁਣ ਤੱਕ 11,000 ਪਾਉਂਡ ਤੋਂ ਵੱਧ ਪੈਸੇ ਇਕੱਠੇ ਹੋ ਚੁੱਕੇ ਹਨ ਤੇ ਜੋ ਟਾਰਗੇਟ ਤੈਅ ਕੀਤਾ ਗਿਆ ਸੀ ਉਹ ਪੂਰਾ ਹੋ ਗਿਆ। ਕੋਰੋਨਾ ਦੌਰਾਨ ਬਹੁਤ ਸਾਰੇ ਹੈਲਥ ਕੇਅਰ ਵਰਕਰਸ ਨੇ ਓਵਰਟਾਈਮ ਲਗਾਇਆ। ਇੱਕ ਸਰਵੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਹਰ 5 ਵਿੱਚੋਂ ਇੱਕ ਹੈਲਥ ਕੇਅਰ ਵਰਕਰ ਵੱਲੋਂ ਓਵਰਟਾਈਮ ਲਗਾਇਆ ਗਿਆ। ਅਲੱਗ-ਅਲੱਗ ਜੋ ਇਸ ਦੇ ਨਾਲ ਜੁੜੀ ਹੋਈ ਜਾਣਕਾਰੀ ਹੈ, ਉਸ ਦੀ ਸਾਰੀ ਡਿਟੇਲ ਸਾਂਝੀ ਕੀਤੀ ਗਈ। ਕੈਨੇਡਾ 'ਚ ਜਿਸ ਸਮੇਂ ਕੋਰੋਨਾ ਵਾਇਰਸ ਦਾ ਕਾਫੀ ਜ਼ਿਆਦਾ ਫੈਲਾਅ ਸੀ, ਤਾਂ ਉਸ ਦੌਰਾਨ ਬਹੁਤ ਸਾਰੇ ਹੈਲਥ ਕੇਅਰ ਵਰਕਰਸ ਨੇ ਓਵਰਟਾਈਮ ਲਗਾਇਆ, ਜਿਸ ਬਾਰੇ ਇੱਕ ਸਟੱਡੀ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਹੈ ਕਿ ਸਾਲ 2021 ਦੌਰਾਨ ਹਰ 5 ਵਿੱਚੋਂ ਇੱਕ ਹੈਲਥ ਕੇਅਰ ਵਰਕਰ ਨੇ ਕੈਨੇਡਾ ਵਿੱਚ ਓਵਰਟਾਈਮ ਕੀਤਾ ਹੈ। ਹੁਣ ਇਸ ਬਾਰੇ ਜਾਣਕਾਰੀ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਕਿੰਨੇ ਹੈਲਥ ਕੇਅਰ ਵਰਕਰਸ ਜ਼ਰੂਰਤ ਤੋਂ ਵੱਧ ਸਮਾਂ ਕੰਮ ਕਰਦੇ ਰਹੇ ਹਨ। ਸਰਵੇ ਤੋਂ ਪਤਾ ਚੱਲਿਆ ਕਿ 2,36,000 ਤੋਂ ਵੱਧ ਹੈਲਥ ਕੇਅਰ ਵਰਕਰਸ ਵੱਲੋਂ ਐਵਰੇਜ 8.2 ਘੰਟੇ ਪ੍ਰਤੀ ਹਫ਼ਤੇ ਕੰਮ ਕੀਤਾ ਹੈ। ਨੌਕਰੀਆਂ ਦੇ ਪੱਖੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ 45% ਪੈਰਾਮੈਡਿਕਸ ਵੱਲੋਂ ਓਵਰਟਾਈਮ ਕੀਤਾ ਗਿਆ, 34% ਸੈਲਰੀਡ ਫੈਮਿਲੀ ਡਾਕਟਰਸ ਨੇ ਓਵਰਟਾਈਮ ਕੀਤਾ ਹੈ ਤੇ 31% ਰੈਸਪੀਰੇਟਰੀ ਥੈਰੇਪਿਸਟ ਵੱਲੋਂ ਵੀ ਓਵਰਟਾਈਮ ਲਗਾਇਆ ਗਿਆ। We need to improve
the results delivered for Canadians. We need to make sure that people can have access to a family doctor, that they have access to mental health services, as we're all dealing with challenges left over by the pandemic that go beyond physical health. People need to know that emergency rooms are going to be able to be there for their kids as we're struggling with the latest respiratory challenges in hospitals across the country. We need to deliver results for Canadians with our healthcare systems across the country. That is the conversation that's being kicked off right now amongst health ministers as they gather tomorrow. And it's one that the federal government is an active part of. So yes, we will be there with more money, but we need to make sure that more investments in healthcare ends up supporting the folks on the front lines, the nurses and doctors delivering that healthcare to Canadians, and ensures that Canadians feel the results of improvements in our healthcare system. That's what we've been pushing on from the beginning, and that's what we will continue to discuss with the provinces. ਘਰ ਵਿੱਚੋਂ 4 ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ 3 ਬੱਚੇ ਸ਼ਾਮਲ ਦੱਸੇ ਜਾ ਰਹੇ ਨੇ। ਕਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ, ਜੇ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਅਮਰੀਕਾ ਦੇ ਇੱਕ ਹਿੱਸੇ ਤੋਂ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਘਰ ਦੇ ਵਿੱਚੋਂ ਕਈ ਲਾਸ਼ਾਂ ਮਿਲੀਆਂ ਨੇ। ਅਧਿਕਾਰੀਆਂ ਦੇ ਦੱਸਣ ਮੁਤਾਬਕ ਘਰ ਦੇ ਵਿੱਚ ਮੌਜੂਦ 4 ਲੋਕਾਂ ਨੂੰ ਗੋਲੀ ਮਾਰੀ ਗਈ, ਜਿਨ੍ਹਾਂ ਵਿੱਚ 3 ਬੱਚੇ ਸ਼ਾਮਲ ਸਨ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਵਰਜੀਨੀਆ ਦੇ ਘਰ ਵਿੱਚੋਂ ਉਹਨਾਂ ਨੂੰ 4 ਲਾਸ਼ਾਂ ਬਰਾਮਦ ਹੋਈਆਂ ਨੇ। ਇਹ ਘਟਨਾ 5 ਵਜੇ ਦੇ ਕਰੀਬ ਸਾਹਮਣੇ ਆਈ, ਜਿੱਥੇ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ। ਇਸ ਬਾਰੇ ਪੁਲਿਸ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ, ਜਿੱਥੇ ਉਹਨਾਂ ਨੇ ਦੱਸਿਆ ਕਿ ਸਾਨੂੰ ਲੱਗਦਾ ਹੈ ਕਿ ਇਹ ਮਾਮਲਾ ਟਾਰਗੇਟਡ ਸੀ, ਜਿੱਥੇ ਪੀੜਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਘਰ ਖਾਲੀ ਕਰਵਾਇਆ ਗਿਆ ਤੇ ਮਾਮਲੇ ਦੀ ਜਾਂਚ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਆਮ ਲੋਕਾਂ ਨੂੰ ਇਸ ਨਾਲ ਕੋਈ ਵੀ ਖਤਰਾ ਨਹੀਂ ਹੈ। ਇਸ ਹੋਮਿਸਾਈਡ ਦੀ ਜਾਂਚ ਪੜਤਾਲ ਜਾਰੀ ਹੈ ਤੇ ਇਹ ਇੱਕ ਰੈਂਡਮ ਮਾਮਲਾ ਨਹੀਂ ਲੱਗ ਰਿਹਾ। ਘਰ ਵਿੱਚ ਜਿਹੜੀਆਂ 4 ਲਾਸ਼ਾਂ ਮਿਲੀਆਂ ਨੇ, ਉਹਨਾਂ ਬਾਰੇ ਪੁਲਿਸ ਵੱਲੋਂ ਅਜੇ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਇਹਨਾਂ ਪੀੜਤਾਂ ਦੇ ਨਾਮ ਅਜੇ ਨਹੀਂ ਦੱਸੇ ਗਏ। ਸਿਰਫ ਤੇ ਸਿਰਫ ਇਹੀ ਦੱਸਿਆ ਜਾ ਰਿਹਾ ਕਿ 4 ਲਾਸ਼ਾਂ ਮਿਲੀਆਂ, ਜਿਨ੍ਹਾਂ ਵਿੱਚ 3 ਬੱਚੇ ਸ਼ਾਮਲ ਸਨ। ਹੁਣ ਕਿਹਨਾਂ ਵੱਲੋਂ ਇਹਨਾਂ ਦਾ ਕਤਲ ਕੀਤਾ ਗਿਆ, ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਫੈਲਾਅ ਹੁੰਦਾ ਹੋਇਆ ਦਿਖਾਈ ਦੇ ਰਿਹਾ, ਜਿਸ ਤੋਂ ਬਾਅਦ ਆਮ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮਾਸਕ ਜ਼ਰੂਰ ਪਾਉਣ। ਅਜਿਹਾ ਇੱਕ ਦੇਸ਼ ਵਿੱਚ ਨਹੀਂ, 2 ਦੇਸ਼ ਨਹੀਂ, ਬਲਕਿ ਕਈ ਦੇਸ਼ਾਂ ਦੇ ਵਿੱਚ ਹੁੰਦਾ ਹੋਇਆ ਦਿਖਾਈ ਦੇ ਰਿਹਾ, ਜਿੱਥੇ ਇੱਕ ਵਾਰ ਫਿਰ ਤੋਂ ਮਾਮਲੇ ਵੱਧ ਹੋਏ ਨੇ। ਇੱਕ ਵਾਰ ਫਿਰ ਤੋਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਫੈਲਾਅ ਹੋਣ ਲੱਗਾ, ਜਿਸ ਤੋਂ ਬਾਅਦ ਮਾਸਕ ਪਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਖਬਰ ਅਮਰੀਕਾ ਤੋਂ ਸਾਹਮਣੇ ਆਈ, ਜਿੱਥੇ ਐਲਏ ਦੇ ਵਿੱਚ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਗਿਆ ਹੈ ਕਿ ਇੰਡੋਰ ਥਾਵਾਂ ਦੇ ਉੱਪਰ ਮਾਸਕ ਪਾਇਆ ਜਾਵੇ। ਲਾਸ ਏਂਜਲਸ ਕਾਉਂਟੀ ਪਬਲਿਕ ਹੈਲਥ ਡਿਪਾਰਟਮੈਂਟ ਆਫੀਸ਼ੀਅਲਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਕਿ ਹੌਲੀਡੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਹੈ। ਇਸ ਦੇ ਪਿੱਛੇ ਕੀ ਕਾਰਨ ਹੈ, ਉਹ ਵੀ ਉਹਨਾਂ ਵੱਲੋਂ ਸਾਂਝਾ ਕੀਤਾ ਗਿਆ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ। ਇਸ ਤੋਂ ਇਲਾਵਾ ਮੌਤਾਂ ਦਾ ਅੰਕੜਾ ਵੀ ਹੁਣ ਵੱਧ ਦਰਜ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਜਿਹੜੇ ਲੋਕ ਵਾਇਰਸ ਦੀ ਲਪੇਟ ਵਿੱਚ ਆਏ ਨੇ, ਉਹ ਕੁਝ ਸਮਾਂ ਮਾਸਕ ਜ਼ਰੂਰ ਪਾਉਣ। ਡਿਪਾਰਟਮੈਂਟ ਦੇ ਦੱਸਣ ਮੁਤਾਬਕ ਇੱਕ ਦਿਨ ਦੇ ਵਿੱਚ 1000 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਤੇ 10 ਦੇ ਕਰੀਬ ਲੋਕਾਂ ਦੀ ਜਾਨ ਵੀ ਕੋਰੋਨਾ ਵਾਇਰਸ ਦੇ ਕਾਰਨ ਗਈ ਹੈ। ਦੱਸਣਯੋਗ ਹੈ ਕਿ ਪਹਿਲਾਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਠੱਲ ਪੈਂਦੀ ਹੋਈ ਦਿਖਾਈ ਦਿੱਤੀ, ਪਰ ਹੁਣ ਇੱਕ ਵਾਰ ਫਿਰ ਤੋਂ ਵਾਇਰਸ ਦੇ ਮਾਮਲਿਆਂ ਦਾ ਫੈਲਾਅ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਸਿਰਫ ਅਮਰੀਕਾ ਦੇ ਵਿੱਚ ਨਹੀਂ, ਬਲਕਿ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਸਥਿਤੀ ਬਣਦੀ ਹੋਈ ਦਿਖਾਈ ਦੇ ਰਹੀ ਹੈ। ਕੈਨੇਡਾ ਦੇ ਕੁਝ ਸੂਬਿਆਂ ਵੱਲੋਂ ਵੀ ਮਾਸਕ ਪਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ, ਕਿਉਂਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲੇ ਮਾਹਰਾਂ ਵਾਸਤੇ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਐਲਏ ਦੇ ਵਿੱਚ ਵੀ ਅਜਿਹਾ ਹੀ ਹੁੰਦਾ ਹੋਇਆ ਦਿਖਾਈ ਦੇ ਰਿਹਾ, ਜਿੱਥੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮਾਸਕ ਜ਼ਰੂਰ ਪਾਉਣ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਮੋਦੀ ਨਾਲ ਮੁਲਾਕਾਤ ਤੋਂ ਬਾਅਦ 3000 ਭਾਰਤੀਆਂ ਨੂੰ ਮਿਲਿਆ ਵੀਜ਼ਾ, ਇੰਗਲੈਂਡ ਨੇ ਸਾਂਝੀ ਕੀਤੀ ਖੁਸ਼ਖਬਰੀ। ਟਰੱਕ 'ਚ ਨਸ਼ਾ ਲੈ ਕੇ ਜਾਣ ਵਾਲਾ ਪੰਜਾਬੀ ਗ੍ਰਿਫਤਾਰ, ਕੇਲਿਆਂ ਦੇ ਲੂਟ ਦੇ ਵਿੱਚ ਰੱਖਿਆ ਸੀ ਨਸ਼ਾ। ਇਮੀਗ੍ਰੇਸ਼ਨ ਦਾ ਨਵਾਂ ਪਲਾਨ ਜਾਰੀ, ਕਈਆਂ ਨੂੰ ਮਿਲੇਗਾ ਫਾਇਦਾ। ਸਨੋ ਦੀ ਚੇਤਾਵਨੀ ਹੋਈ ਜਾਰੀ, ਡਰਾਈਵਰ ਹੋ ਜਾਣ ਸਾਵਧਾਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।